ਜਦੋਂ ਸਰਸੇ ਵਾਲੇ ਦੇ ਨਾਲ ਸਿੱਧਾ ਟਕਰਾਅ ਪੈਦਾ ਹੋਇਆ ਤਾਂ ਉਹਦੀ ਸਪੋਰਟ ਤੇ ਬਾਦਲ ਪਰਿਵਾਰ ਆਇਆ। 1998 ਚ ਸਭ ਤੋਂ ਪਹਿਲਾਂ ਮੇਰੀ ਗ੍ਰਿਫਤਾਰੀ ਇਸ ਬਾਦਲ ਸਰਕਾਰ ਨੇ ਕੀਤੀ। ਸਰਸੇ ਵਾਲੇ ਨੂੰ ਸਹਿ ਦਿੱਤੀ ਤੇ ਮੈਨੂੰ ਸਾਥਾਂ ਨੇ ਸਮੇਤ ਗ੍ਰਿਫਤਾਰ ਕਰ ਕਿ ਜੇ ਬਾਦਲਾਂ ਨੇ ਕੁੜੀ ਵਿਆਹਣੀ ਹੈ ਤੇ ਤਾਂ ਵੀ ਕਾਂਗਰਸੀਆਂ ਦੇ ਉੱਤੇ ਜੇ ਮੁੰਡਾ ਵਿਆਹਣਾ ਤਾਂ ਵੀ ਕਾਂਗਰਸੀਆਂ ਦੇ ਤੇ ਕਾਂਗਰਸੀ ਨਹੀਂ ਮੁੰਡਾ ਕਰੇ। ਉਹੀ ਹਾਲ ਇਹਨਾਂ ਦਾ ਬਣਿਆ। ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦੋਨੇ ਪਰਿਵਾਰ ਇਕੱਠੇ ਬੈਠੇ ਫੋਟੋ ਵਾਇਰਲ ਹੁੰਦੀ ਸੋਸ਼ਲ ਮੀਡੀਆ ਤੇ। ਮੈਨੂੰ ਦੱਸੋ ਤੁਹਾਡੀ ਕੀ ਰਿਸ਼ਤੇਦਾਰੀ ਹੈ? ਮੈਨੂੰ ਬਾਦਲ ਦੱਸਣ ਜਾਂ ਵਲਟੋਆ ਦੱਸੇ ਕਿ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਉੱਤੇ ਬੈਠੀ ਆ ਕੈਪਟਨ ਅਮਰਿੰਦਰ ਸਿੰਘ ਦੇ ਨਾਲ। ਜੇ ਕਾਂਗਰਸੀ ਇੰਨੀ ਮਾੜੀ ਆ, ਕਾਂਗਰਸ ਇੰਨੀ ਮਾੜੀ ਆ, ਫਿਰ ਕਾਹਦੇ ਲਈ ਸੱਦਾ ਦੇਣ ਗਈ ਆ? ਤੁਸੀਂ ਕੇਵਲ ਦੂਜਿਆਂ ਨੂੰ ਭੰਡਣਾ ਜਾਣਦੇ ਹੋ, ਦੋਗਲਾ ਪਾਣਾ ਤੁਹਾਡਾ। ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਔਰ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਬਹੁਤ ਗੁਰਮੁਖਾਂ ਨੇ ਸ਼ਹਾਦਤਾਂ ਦੇ ਜਾਮ ਕੀਤੇ, ਪਰਉਪਕਾਰ ਦੇ ਕਾਰਜ ਕੀਤੇ, ਸਰਬੱਤ ਦੇ ਭਲੇ ਦੇ ਕਾਰਜ ਕੀਤੇ। ਅੱਜ ਵੀ ਹਰ ਗੁਰਸਿੱਖ ਦੀ ਇਹ ਭਾਵਨਾ ਤਮੰਨਾ ਕਿ ਉਹ ਜਿੱਥੇ ਸਮਾਜ ਦੀ ਸੇਵਾ, ਸਰਬੱਤ ਦੇ ਭਲੇ ਦੀ ਗੱਲ, ਉੱਥੇ ਆਪਣੇ ਪੰਥ, ਆਪਣੇ ਕੌਮ ਦੀ ਚੜ੍ਹਦੀ ਕਲਾ ਦੀ ਵਿੱਚ ਕੁਝ ਯੋਗਦਾਨ ਪਾਵੇ। ਸੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਤਿਗੁਰ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਬਖਸ਼ਿਸ਼ ਦੇ ਸਦਕਾ ਤੇ ਸਮੂਹ ਦੇਸ਼ ਪ੍ਰਦੇਸ਼ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਸਦਕਾ ਜੋ ਸਾਨੂੰ ਪਿਆਰ ਕਰਦੇ ਆ, ਗੈਰ ਸਿੱਖ ਵੀ, ਵੱਖ-ਵੱਖ ਧਰਮਾਂ ਨਾਲ ਸੰਬੰਧ ਰੱਖਣ ਵਾਲੇ, ਉਹਨਾਂ ਸਾਰਿਆਂ ਦੇ ਪਿਆਰ ਸਤਿਕਾਰ ਦੇ ਸਹਿਯੋਗ ਦੇ ਸਦਕਾ ਪਿਛਲੇ ਤਕਰੀਬਨ 2.5 ਦਹਾਕਿਆਂ ਤੋਂ ਧਰਮ ਦੀ ਚੜ੍ਹਦੀ ਕਲਾ ਵਾਸਤੇ, ਸਮਾਜ ਦੀ ਸੇਵਾ, ਸਰਬੱਤ ਦੇ ਭਲੇ ਦੀ ਕਾਰਜ ਕਰਦੇ ਆ ਰਹੇ ਹਾਂ। ਪਰ ਇਹਨਾਂ ਸੇਵਾ ਦੇ ਕਾਰਜਾਂ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਜਿਵੇਂ ਸਰਦਾਰ ਕਰਤਾਰ ਸਿੰਘ ਸਰਾਭੇ ਦੇ ਉਹ ਬੋਲ ਜਦੋਂ ਫਾਂਸੀ ਦੇ ਤਖਤੇ ਨੂੰ ਜਾ ਰਿਹਾ ਸੀ ਭਾਰਤ ਦੀ ਆਜ਼ਾਦੀ ਵਾਸਤੇ, ਤੇ ਉਹਨੇ ਕਿਹਾ ਸੀ ਸੇਵਾ ਦੇਸ਼ ਦੀ ਜਿੰਦੜੀ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਜਿਨ੍ਹਾਂ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਤਾਂ ਮੈਂ ਇੱਥੇ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਦੇਸ਼, ਕੌਮ, ਧਰਮ ਦੀ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਸਾਨੂੰ ਜਦੋਂ ਅਸੀਂ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੋਈ ਕਾਰਜ ਕਰਦੇ ਹਾਂ ਤੇ ਜਿੱਥੇ ਸਾਨੂੰ ਬਾਹਰੀ ਹਮਲਿਆਂ ਦਾ ਸ਼ਿਕਾਰ ਹੋਣਾ ਪੈਂਦਾ, ਉੱਥੇ ਸਾਡੇ ਜਿਹੜੇ ਪੰਥ ਤੇ ਕਾਬਜ ਹੋਏ ਹੁੰਦੇ ਆ, ਜਿਹੜੇ ਪੰਥ ਦੇ ਠੇਕੇਦਾਰ ਬਣੇ ਹੋਏ ਆ, ਜਿਹੜੇ ਨਹੀਂ ਚਾਹੁੰਦੇ ਕਿ ਕੋਈ ਵੀ ਗੁਰਸਿੱਖ ਜਿਹੜਾ ਹੈਗਾ ਕੋਈ ਇਸ ਖੇਤਰ ਦੇ ਵਿੱਚ ਆ ਕੇ ਸੇਵਾ ਕਰੇ, ਉਹ ਆਪਣੀਆਂ ਮਨਮਾਨੀਆਂ ਕਰਨਾ ਚਾਹੁੰਦੇ ਆ, ਉਹ ਆਪਣੀ ਮਨਮਾਨੀ ਦੇ ਤਰੀਕੇ ਨਾਲ ਚਲਾਉਣਾ ਚਾਹੁੰਦੇ। ਉਹ ਕਹਿੰਦੇ ਹਾਂ ਸਾਡੇ ਬੈਨਰ ਹੇਠ ਜਾਂ ਸਾਡੀ ਪ੍ਰਧਾਨਗੀ ਦੇ ਹੇਠ ਆ ਕੇ ਕੋਈ ਕੁਝ ਵੀ ਕਰ ਲਵੇ, ਪਰ ਕੋਈ ਵੀ ਇੰਡੀਪੈਂਡੈਂਟ ਤੌਰ ਤੇ ਆ ਕੇ ਪੰਥ ਦੀ, ਕੌਮ ਦੀ ਸੇਵਾ ਕਰਨੀ ਚਾਹੇ ਤਾਂ ਉਹਨਾਂ ਨੂੰ ਮਨਜ਼ੂਰ ਨਹੀਂ ਹੁੰਦਾ। ਖਾਸ ਕਰਕੇ ਬਾਦਲ ਦਲ, ਜਿਹਨੂੰ ਬਾਦਲ ਲਾਣਾ ਵੀ ਕਹਿੰਦੇ ਆ, ਉਹਨਾਂ ਦੇ ਵੱਲੋਂ ਇਹ ਮੁਸ਼ਕਲਾਂ, ਰੁਕਾਵਟਾਂ ਬੜੀਆਂ ਖੜੀਆਂ ਕੀਤੀਆਂ ਜਾਂਦੀਆਂ। ਜਦੋਂ ਅਸੀਂ 1996-97 ਚ ਧਰਮ ਦਾ ਪ੍ਰਚਾਰ ਸ਼ੁਰੂ ਕੀਤਾ ਤਾਂ ਉਸ ਵੇਲੇ ਡੇਰਾ ਸਰਸਾ ਜੋ ਵੱਡਾ ਪਖੰਡ ਦਾ ਅੱਡਾ ਸੀ ਇਸ ਇਲਾਕੇ 'ਚ, ਕਿਉਂਕਿ ਗੁਰਦੁਆਰਾ ਦਾਦੂ ਸਾਹਿਬ ਵੀ ਡਿਸਟ੍ਰਿਕਟ ਸਿਰਸਾ ਦਮਦਮੀ ਟਕਸਾਲ 'ਚ ਵਿਦਿਆ ਪੜ੍ਹਨ ਤੋਂ ਬਾਅਦ ਜਦੋਂ ਅਸੀਂ ਇਸ ਇਲਾਕੇ ਧਰਮ ਦਾ ਪ੍ਰਚਾਰ ਸ਼ੁਰੂ ਕੀਤਾ ਤਾਂ ਜਦੋਂ ਸਰਸੇ ਵਾਲੇ ਦੇ ਨਾਲ ਸਿੱਧਾ ਟਕਰਾਅ ਪੈਦਾ ਹੋਇਆ ਤਾਂ ਉਹਦੀ ਸਪੋਰਟ ਤੇ ਬਾਦਲ ਪਰਿਵਾਰ ਆਇਆ, ਬਾਦਲ ਸਰਕਾਰ ਆਈ। 1998 ਚ ਸਭ ਤੋਂ ਪਹਿਲਾਂ ਮੇਰੀ ਗ੍ਰਿਫਤਾਰੀ ਇਸ ਬਾਦਲ ਸਰਕਾਰ ਨੇ ਕੀਤੀ। ਸਰਸੇ ਵਾਲੇ ਨੂੰ ਸਹਿ ਦਿੱਤੀ ਤੇ ਮੈਨੂੰ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ, ਸਾਡੇ ਪ੍ਰਚਾਰ ਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ। ਸੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਉਸ ਵੇਲੇ ਡੇਰੇ ਸਰਸੇ ਨਾਲ ਸੰਘਰਸ਼ ਦਾ ਵਿੱਢਿਆ ਸੀ, ਟੱਕਰ ਸੀ, ਤੇ ਬਾਦਲਾਂ ਦੇ ਨਾਲ ਵੀ ਟੱਕਰ ਲੱਗ ਗਈ। ਬੜੇ ਉਤਰਾਅ ਚੜ੍ਹਾਅ ਬਣਦੇ ਰਹੇ, ਬਾਦਲਾਂ ਨੇ ਬੜੇ ਮੁਕੱਦਮੇ ਪਾਏ, ਜੇਲ੍ਹਾਂ 'ਚ ਡੱਕਿਆ, ਬੜਾ ਨੁਕਸਾਨ, ਬੜੀ ਤਬਾਹੀ ਕੀਤੀ। ਪਰ ਇਹਨਾਂ ਸਾਰੀਆਂ ਮੁਸ਼ਕਲਾਂ ਨੂੰ ਝੱਲਦੇ ਵੀ ਅਸੀਂ ਧਰਮ ਦੇ ਪ੍ਰਚਾਰ ਵਿੱਚ, ਖੇਤਰ ਵਿੱਚ ਖੜੇ ਰਹੇ। ਬਥੇਰੇ ਲਾਲਚ, ਬਥੇਰੇ ਡਰਾਵੇ ਇਹਨਾਂ ਨੇ ਦਿੱਤੇ ਬਾਦਲਾਂ ਨੇ, ਪਰ ਗੁਰੂ ਦੀ ਕਿਰਪਾ ਦੇ ਸਦਕਾ ਅਸੀਂ ਸੰਗਤਾਂ ਦੇ ਸਹਿਯੋਗ ਨਾਲ ਪੰਥ ਦਾ ਸੰਘਰਸ਼ ਚੜ੍ਹਦੀ ਕਲਾ ਦੇ ਨਾਲ ਵਿੱਢੀ ਰੱਖਿਆ। ਹੁਣ ਕੀ ਹੋਇਆ ਕਿ ਇਹਨਾਂ ਨੇ ਜਦੋਂ ਵੀ, ਮੈਂ ਆਪਣੀ ਗੱਲ ਕਰ ਰਿਹਾ, ਪਰ ਇਹਨਾਂ ਨੇ ਹਮੇਸ਼ਾ ਜਦੋਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਕੌਮ ਦੀ, ਧਰਮ ਦੀ ਚੜ੍ਹਦੀ ਕਲਾ ਦੀ ਗੱਲ ਕਰ ਰਹੇ ਸੀ, ਉਹਨਾਂ ਨੂੰ ਬਹੁਤ ਸਾਰੇ ਅਕਾਲੀ ਵੀ ਮਿਲਦੇ ਸੀ, ਕਾਂਗਰਸੀ ਵੀ ਮਿਲਦੇ ਸੀ, ਗੈਰ ਸਿੱਖ ਵੀ ਮਿਲਦੇ ਸੀ। ਪਰ ਇਹਨਾਂ ਨੇ ਉਹਨਾਂ ਨੂੰ ਕਾਂਗਰਸ ਦੇ ਏਜੰਟ ਕਹਿਣਾ, ਇਹ ਕਾਂਗਰਸੀ ਹੈ ਜੀ, ਇੰਦਰਾ ਦੇ ਜਿਹੜੇ ਹੈਗਾ ਇਹ ਸਾਰੇ ਤੇ ਕੰਮ ਕਰ ਰਹੇ, ਇਦਾਂ ਕਹਿ ਕੇ ਭੰਡਣ ਦੀ ਕੋਸ਼ਿਸ਼ ਕੀਤੀ। ਤੇ ਸੰਤ ਹਮੇਸ਼ਾ ਕਹਿੰਦੇ ਸੀ ਕਿ ਸਮੇਂ ਨੇ ਦੱਸ ਦੇਣਾ ਕਿ ਕੌਣ ਸਰਦਾਰ ਆ ਤੇ ਕੌਣ ਗਦਾਰ ਆ, ਕੌਣ ਕਿਹਦਾ ਏਜੰਟ ਆ। ਤੇ ਉਹਨਾਂ ਦੇ ਬੋਲ
ਕਿ ਜੇ ਬਾਦਲਾਂ ਨੇ ਕੁੜੀ ਵਿਆਹਣੀ ਆ ਤੇ ਤਾਂ ਵੀ ਕਾਂਗਰਸੀਆਂ ਦੇ ਤੇ ਜੇ ਮੁੰਡਾ ਵਿਆਹਣਾ ਤਾਂ ਵੀ ਕਾਂਗਰਸੀਆਂ ਦੇ ਤੇ ਕਾਂਗਰਸੀ ਮੈਨੂੰ ਦੱਸਦੇ ਆ। ਉਹੀ ਹਾਲ ਇਹਨਾਂ ਦਾ ਹੋਣੇ ਆ। ਕਾਂਗਰਸ ਦੇ ਨਾਲ ਸਾਂਝ ਭਿਆਲੀਆਂ ਬਾਦਲ ਪਰਿਵਾਰ ਦੀਆਂ ਸ਼ੁਰੂ ਤੋਂ ਚੱਲੀਆਂ ਆਈਆਂ, ਪਰ ਇਹ ਹਮੇਸ਼ਾ ਪੰਥਕ ਬੰਦਿਆਂ ਨੂੰ ਕਾਂਗਰਸ ਦੀ ਬੀ ਟੀਮ ਕਹਿ ਕੇ ਭੰਡਦੇ ਆ, ਜਾਂ ਕੋਈ ਵੀ ਪੰਥਕ ਬੰਦਾ ਕੰਮ ਕਰੇ ਤੇ ਕਹਿਣਗੇ ਕਾਂਗਰਸੀ ਆ। ਹੁਣ ਹਾਲਾਤ ਕੀ ਆ, ਜੇ ਤੁਸੀਂ ਬਾਦਲਾਂ ਦੇ ਖਿਲਾਫ, ਉਹਨਾਂ ਦੀਆਂ ਉਣਤਾਈਆਂ, ਉਹਨਾਂ ਦੀਆਂ ਫਨਾਮੀਆਂ ਕੁਰੀਤੀਆਂ ਦੇ ਖਿਲਾਫ ਤੁਸੀਂ ਸੰਘਰਸ਼ ਕਰਦੇ ਤੇ ਉਹ ਕਹਿਣਗੇ ਕਾਂਗਰਸ ਦੀ ਬੀ ਟੀਮ ਆ। ਔਰ ਜੇ ਕਾਂਗਰਸ ਦੀਆਂ ਤੁਸੀਂ ਜਿਹੜੀਆਂ ਖਨਾਮੀਆਂ ਕੁਰੀਤੀਆਂ ਉਹਦੇ ਖਿਲਾਫ, ਉਹਨਾਂ ਦੀਆਂ ਧੱਕੇਸ਼ਾਹੀਆਂ ਦੇ ਖਿਲਾਫ, ਜ਼ਬਰ ਜ਼ੁਲਮ ਦੇ ਖਿਲਾਫ ਬੋਲਦੇ ਆ ਤੇ ਉਹ ਕਹਿਣਗੇ ਇਹ RSS BJP ਦੀ ਬਾਦਲਾਂ ਦੀ ਬੀ ਟੀਮ ਹੈ। ਇਹਨਾਂ ਨੇ ਆਪਸ ਵਿੱਚ ਖਿਤਾਬ ਵੰਡੇ ਹੋਏ ਆ। ਜਿਹੜਾ ਪੰਥ ਦੀ ਗੱਲ, ਕੌਮ ਦੀ ਗੱਲ, ਨਿਰਪੱਖ ਕੰਮ ਕਰੇ ਉਹਨੂੰ ਇਦਾਂ ਕਹਿ ਕੇ ਭੰਡਦੇ ਆ। ਪਰ ਮੈਂ ਬੇਨਤੀ ਕਰਨੀ ਚਾਹੁੰਦਾ, ਸਾਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ। ਅਸੀਂ ਜੋ ਕਰਦੇ ਆ ਖੁੱਲੇ ਆਮ ਕਰਦੇ ਆ। ਅਸੀਂ ਕੋਈ ਬੁੱਕਲ 'ਚ ਰੂੜੀ ਨਹੀਂ ਭੰਨਦੇ, ਬੁੱਕਲ 'ਚ ਗੁੜ ਨਹੀਂ ਭੰਨਦੇ। ਰਾਤ ਹੀ ਇੱਕ ਡਿਬੇਟ ਦੇ ਵਿੱਚ ਵਿਰਸਾ ਸਿੰਘ ਵਲਟੋਹਾ, ਜੋ ਸਿਪਾਹ ਸਲਾਰ ਹੈ ਬਾਦਲਾਂ ਦਾ, ਪਹਿਲਾਂ ਉਹ ਸੰਤ ਜਰਨੈਲ ਸਿੰਘ ਦਾ ਸਿਪਾਹ ਸਲਾਰ ਕਹਾਉਂਦਾ ਸੀਗਾ, ਅੱਜ ਉਹ ਬਾਦਲਾਂ ਦਾ ਸਿਪਾਹ ਸਲਾਰ ਹੈ। ਜਿਹੜੇ ਬਾਦਲ ਨੂੰ ਸੰਤ ਜਰਨੈਲ ਸਿੰਘ ਕਹਿੰਦੇ ਸੀ ਮੈਂ ਇਹਦੇ ਤੋਂ ਸਰੋਪਾ ਵੀ ਨਹੀਂ ਲੈਣਾ, ਇਹਨੂੰ ਸਰੋਪਾ ਵੀ ਨਹੀਂ ਦੇਣਾ, ਤੇ ਉਸ ਬਾਦਲ ਤੋਂ ਦਾ ਸਿਪਾਹ ਸਲਾਰ ਆ, ਉਹਦੀ ਟਿਕਟ ਤੋਂ ਲੜਦਾ, ਉਹਨਾਂ ਦੇ ਦਲ ਦਾ ਮੁੱਖ ਅਹੁਦੇਦਾਰ ਆ ਵਿਰਸਾ ਸਿੰਘ ਵਲਟੋਹਾ। ਤਾਂ ਉਹ ਰਾਤ ਵੀ ਇੱਕ ਗੱਲ ਕਹਿ ਰਹੇ, ਕਾਂਗਰਸ ਦੀ ਗੱਲ, ਤੁਹਾਡੀਆਂ ਜੀ ਕਾਂਗਰਸ ਨਾਲ ਫੋਟੋਆਂ ਕਾਂਗਰਸੀਆਂ ਨੇ। ਮੈਂ ਕਹਿਣਾ ਚਾਹੁੰਦਾ ਸਾਡੀਆਂ ਕਾਂਗਰਸੀਆਂ ਨਾਲ ਹੈਗੀਆਂ ਫੋਟੋਆਂ, ਸਾਡੀਆਂ ਅਕਾਲੀਆਂ ਨਾਲ ਵੀ ਹੈਗੀਆਂ, ਸਾਡੀਆਂ ਹੋਰਾਂ ਨਾਲ ਵੀ ਹੋਣਗੀਆਂ, ਸਾਡੀਆਂ ਸਿੱਖਾਂ ਨਾਲ, ਗੈਰ ਸਿੱਖਾਂ ਨਾਲ, ਸਭ ਨਾਲ ਫੋਟੋਆਂ। ਅਸੀਂ ਆਪਣੇ ਧਰਮ ਲਈ, ਕੌਮ ਲਈ, ਸਮਾਜ ਲਈ ਕੰਮ ਕਰਦੇ ਹਾਂ ਤੇ ਆਪਣੇ ਕੌਮ, ਧਰਮ, ਸਮਾਜ ਦੇ ਭਲੇ ਵਾਸਤੇ ਹਰੇਕ ਨਾਲ ਮੀਟਿੰਗ। ਜਿਹਦੀ ਸਰਕਾਰ ਪੰਜਾਬ ਦੇ ਵਿੱਚ ਜਦੋਂ ਬਾਦਲਾਂ ਦੀ ਸਰਕਾਰ ਸੀ, ਬਾਦਲਾਂ ਨਾਲ ਗੱਲ ਕਰਦੇ ਸੀਗੇ ਵੀ ਭਾਈ ਆਹ ਕੰਮ ਕਰੋ, ਤੇ ਕਰਨ ਵਾਲਾ ਪੰਥ ਦਾ, ਕੌਮ ਦਾ, ਪੰਜਾਬ ਦਾ। ਅੱਜ ਕੈਪਟਨ ਦੀ ਸਰਕਾਰ ਆ, ਕੈਪਟਨ ਨੂੰ ਵੀ ਕਹਿੰਦੇ ਰਹੇ ਆ। ਹਰਿਆਣੇ ਦੇ ਵਿੱਚ ਮਨੋਹਰ ਲਾਲ ਖੱਟੜ ਜੀ ਦੀ ਸਰਕਾਰ ਆ, ਉਹਨਾਂ ਨੂੰ ਵੀ ਕਹਿੰਦੇ ਆ। ਤੇ ਕੇਂਦਰ ਦੇ ਵਿੱਚ ਅਮਿਤ ਸ਼ਾਹ ਤੇ ਨਰਿੰਦਰ ਮੋਦੀ, ਉਹਨਾਂ ਨੂੰ ਵੀ ਕਹਿੰਦੇ ਆ। ਅਸੀਂ ਇਸ ਦੇਸ਼ ਦੇ ਵਸਿੰਦੇ ਆ, ਸਮਾਜ ਦੇ ਵਸਿੰਦੇ ਆ, ਤੇ ਜਿਹੜੇ ਇੱਥੇ ਰਾਜ ਭਾਗ ਤੇ ਬੈਠੇ ਹੋਏ ਆ, ਸਰਕਾਰਾਂ ਚਲਾਉਂਦੇ, ਉਹਨਾਂ ਨਾਲ ਗੱਲ ਕਰਨੀ ਕੋਈ ਗੁਨਾਹ ਨਹੀਂ ਹੈ। ਨਾ ਤਾਂ ਕੈਪਟਨ ਮਨੋਹਰ ਲਾਲ ਖੱਟੜ ਜਾਂ ਬਾਦਲ ਉਸਾਮਾ ਬਿਨ ਲਾਦਨ ਸੀ, ਤੇ ਅਸੀਂ ਉਸਾਮਾ ਬਿਨ ਲਾਦਨ ਵੀ ਉਹਨਾਂ ਨਾਲ ਗੱਲ ਨਹੀਂ ਕਰ ਸਕਦੇ, ਗੱਲਬਾਤ ਕਰਨੀ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਹਾਂ ਸਾਡੀਆਂ ਫੋਟੋਆਂ ਕੈਪਟਨ ਨਾਲ ਵੀ ਹੈਗੀਆਂ। ਵਫਦ ਮਿਲਿਆ ਸੀ ਬਰਗਾੜੀ ਮੋਰਚੇ ਦੇ ਵਿੱਚੋਂ ਸਾਰੀਆਂ ਜਥੇਬੰਦੀਆਂ ਦਾ ਮੇਰੇ ਨਾਲ 6 ਜੂਨ ਨੂੰ, ਤੇ ਅਸੀਂ ਕੈਪਟਨ ਦੇ ਨਾਲ ਉਹੀ ਫੋਟੋਆਂ ਤੁਸੀਂ ਨਸ਼ਰ ਕਰਦੇ ਆ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਵੀ ਮੇਰੀਆਂ ਫੋਟੋਆਂ ਹੈਗੀਆਂ, ਪ੍ਰਤਾਪ ਸਿੰਘ ਬਾਜਵਾ ਨਾਲ ਹੈਗੀਆਂ, ਹੋਰ ਬਹੁਤ ਸਾਰੇ ਕਾਂਗਰਸੀ ਆਗੂਆਂ ਨਾਲ ਹੈਗੀਆਂ, ਬਹੁਤ ਸਾਰੇ ਅਕਾਲੀਆਂ ਨਾਲ ਵੀ ਹੈਗੀਆਂ, ਬਾਦਲਾਂ ਨਾਲ ਵੀ ਹੈਗੀਆਂ। ਪਰ ਮੈਂ ਕਹਿਣਾ ਚਾਹੁੰਦਾ ਬਾਦਲਾਂ ਨੂੰ ਤੇ ਬਾਦਲ ਦਲੀਆਂ ਨੂੰ, ਇਹ ਕਹਿੰਦੇ ਆ ਦਾਦੂਵਾਲ ਦੀਆਂ ਫੋਟੋਆਂ ਕਾਂਗਰਸੀਆਂ ਨੇ, ਇਹ ਕਾਂਗਰਸੀ ਨੇ, ਕਾਂਗਰਸੀ ਦੀ ਬੀ ਟੀਮ ਨੇ। ਮੈਂ ਕਹਿਣਾ ਚਾਹੁੰਦਾ ਕਿ ਹਾਂ ਸਾਡੀਆਂ ਫੋਟੋਆਂ ਹੈਗੀਆਂ, ਪ੍ਰਤਾਪ ਸਿੰਘ ਬਾਜਵਾ ਔਰ ਫਤਿਹ ਜੰਗ ਸਿੰਘ ਬਾਜਵਾ ਸਾਡੇ ਘਰ ਬਿਲਕੁਲ ਨੇੜੇ ਨੇੜੇ ਇੱਕੋ ਸ਼ਹਿਰ ਦੇ ਵਿੱਚ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮੀਲਕ ਦਾ ਫਰਕ ਹੋਊ ਕਿਲੋਮੀਟਰ ਦਾ, ਸਾਡੇ ਘਰ ਨੇੜੇ ਨੇੜੇ ਇੱਕੋ ਸ਼ਹਿਰ ਦੇ ਵਿੱਚ ਆ। 2 ਪੀੜ੍ਹੀਆਂ ਤੋਂ ਸਾਂਝ, ਅਸੀਂ ਲੁਕਾਉਂਦੇ ਨਹੀਂ ਆ, ਸਾਡੀਆਂ ਪਰਿਵਾਰਕ ਸਾਂਝਾਂ ਨੇ। ਪਰਿਵਾਰ ਤੇ ਬਹੁਤ ਸਾਰੇ ਜਿਹੜੇ ਅਕਾਲੀ ਆ ਉਹਨਾਂ ਨਾਲ ਵੀ ਸਾਡੀਆਂ ਸਾਂਝਾਂ ਨੇ, ਬਹੁਤ ਸਾਰੇ ਹੋਰ ਸਿੱਖ ਗੈਰ ਸਿੱਖ ਨੇ ਉਹਨਾਂ ਨਾਲ ਵੀ ਸੰਸਾਰ ਵਿੱਚ ਸਾਡੀਆਂ ਸਾਂਝਾਂ ਨੇ। ਜਦੋਂ ਸੰਸਾਰ ਦੇ ਭਾਈਚਾਰਕ ਅਸੀਂ ਵਿਚਰਦੇ ਹਾਂ, ਅਸੀਂ ਕੰਮ ਕੌਮ ਲਈ, ਪੰਥ ਲਈ, ਸਮਾਜ ਲਈ ਕਰਦੇ ਹਾਂ। ਅਸੀਂ ਲੁਕਾਉਂਦੇ ਨਹੀਂ ਆ, ਅਸੀਂ ਝੂਠ ਨਹੀਂ ਬੋਲਦੇ ਤੁਹਾਡਿਆਂ ਨੂੰ, ਅਸੀਂ ਸ਼ਰੇਆਮ ਇਸ ਗੱਲ ਨੂੰ ਕਬੂਲਦੇ ਹਾਂ। ਪਰ ਤੁਸੀਂ ਝੂਠ ਬੋਲਦੇ ਆ, ਤੁਸੀਂ ਕਬੂਲਦੇ ਨਹੀਂ ਆ। ਹੁਣ ਫੋਟੋਆਂ ਦੇ ਨਾਲ ਜੇਕਰ ਕੋਈ ਕਾਂਗਰਸੀ ਹੁੰਦਾ, ਤੁਸੀਂ ਮੇਰੀ ਕੈਪਟਨ ਨਾਲ ਫੋਟੋ ਪਾ ਕੇ ਕਹਿੰਦੇ ਆ ਦੇਖੋ ਜੀ ਕੈਪਟਨ ਦੇ ਨਾਲ, ਮੇਰੀ ਪੱਗ ਨਹੀਂ ਵਟਾਈ ਹੋਈ ਕੋਈ ਕੈਪਟਨ ਅਮਰਿੰਦਰ ਸਿੰਘ ਨਾਲ। ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦੋਨੇ ਪਰਿਵਾਰ ਇਕੱਠੇ ਬੈਠੇ ਫੋਟੋ ਵਾਇਰਲ ਹੁੰਦੀ ਸੋਸ਼ਲ ਮੀਡੀਆ ਤੇ। ਮੈਨੂੰ ਦੱਸੋ ਤੁਹਾਡੀ ਕੀ ਰਿਸ਼ਤੇਦਾਰੀ ਹੈ, ਤੁਹਾਡੀ ਕਿਹੜੀ ਸਾਂਝ ਹੈ, ਕਿਹੜਾ ਸ਼ਗਨ ਪਾ ਰਹੇ ਸੀ ਇੱਕ ਦੂਜੇ ਨੂੰ ਤੁਸੀਂ, ਤੁਹਾਡੀ ਜਿਹੜੀ ਫੋਟੋ ਵਾਇਰਲ ਹੋਈ ਹੈ। ਫਿਰ ਮੈਨੂੰ ਤੁਸੀਂ ਦੱਸੋ, ਬਲਜੀਤ ਸਿੰਘ ਦਾਦੂਵਾਲ ਦਾ ਕਾਂਗਰਸੀ ਹੋ ਗਿਆ, ਪਰ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ 'ਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਚੜ੍ਹਾਈ ਕੀਤੇ ਆ, ਤਾਂ ਤੁਹਾਡੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਜਥੇਦਾਰ ਹਰਪ੍ਰੀਤ ਸਿੰਘ ਦੋਨੋਂ ਜਾਣੇ ਜਾ ਕੇ ਮੋਤੀ ਮਹਿਲ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਮਹਾਰਾਣੀ ਪ੍ਰਨੀਤ ਕੌਰ ਨੂੰ ਸਰੋਪਾ ਪਾ ਕੇ ਆਏ, ਤੇ ਸਰੋਪਾ ਪਾਉਂਦਿਆਂ ਦੀ ਫੋਟੋ ਸਾਰੀਆਂ ਪੰਜਾਬੀ ਤੇ ਹੋਰ ਅਖਬਾਰਾਂ ਦੇ ਵਿੱਚ ਨਸ਼ਰ ਹੋਈ ਆ। ਮੈਨੂੰ ਦੱਸੋ ਵੀ ਉਹ ਅਕਾਲੀ ਨੇ ਕਿ ਕਾਂਗਰਸੀ ਨੇ ਜਿਨ੍ਹਾਂ ਨੇ ਘਰ ਜਾ ਕੇ ਸਰੋਪੇ ਪਾਏ। ਫਿਰ 4 ਦਿਨ ਪਹਿਲਾਂ ਬੀਬੀ ਜਗੀਰ ਕੌਰ ਕੈਪਟਨ ਅਮਰਿੰਦਰ ਸਿੰਘ ਨਾਲ ਬੈਠੀ ਹੈ। ਮੈਨੂੰ ਬਾਦਲ ਦੱਸਣ ਜਾਂ ਵਲਟੋਹਾ ਦੱਸੇ ਕਿ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਉੱਤੇ ਬੈਠੀ ਆ ਕੈਪਟਨ ਅਮਰਿੰਦਰ ਸਿੰਘ ਦੇ ਨਾਲ,
ਜੇ ਕਾਂਗਰਸੀ ਇੰਨੀ ਮਾੜੀ ਆ, ਕਾਂਗਰਸ ਇੰਨੀ ਮਾੜੀ ਆ, ਫਿਰ ਕਾਹਦੇ ਲਈ ਸੱਦਾ ਦੇਣ ਗਈ ਆ? ਤੁਸੀਂ ਸੁਲਤਾਨਪੁਰ ਲੋਧੀ ਵੇਲੇ ਵੀ ਸੱਦੇ ਦਿੱਤੇ, ਤੁਸੀਂ ਡੇਰਾ ਬਾਬਾ ਨਾਨਕ ਵੀ ਸੱਦੇ ਦਿੱਤੇ, ਆ ਹੁਣ ਫਿਰ 400 ਸਾਲੇ ਦਾ ਤੁਸੀਂ ਸੱਦਾ ਦੇਣ ਗਏ ਕੈਪਟਨ ਅਮਰਿੰਦਰ ਸਿੰਘ ਨੂੰ। ਫਿਰ ਕਿਉਂ ਸੱਦੇ ਦਿੰਦੇ ਆ? ਦੁਸ਼ਮਣ ਜਮਾਤ ਆ ਕਾਂਗਰਸ। ਅਕਾਲ ਤਖਤ ਤੇ ਹਮਲਾ ਕੀਤਾ, 84 ਦਾ ਕਤਲੇਆਮ ਕੀਤਾ, ਕੋਈ ਸਿੱਖ ਨਹੀਂ ਭੁੱਲ ਸਕਦਾ। ਅਸੀਂ ਭੁੱਲ ਨਹੀਂ ਸਕਦੇ ਜੋ ਜ਼ੁਲਮ ਕੀਤੇ ਆ ਉਹਨਾਂ ਨੇ, ਇੰਦਰਾ ਗਾਂਧੀ ਨੇ ਕੀਤੇ, ਕਾਂਗਰਸ ਨੇ ਕੀਤੇ, ਅਸੀਂ ਭੁੱਲ ਨਹੀਂ ਸਕਦੇ। ਪਰ ਤੁਸੀਂ ਸੱਦਾ ਦੇਣ ਜਾਂਦੇ ਹੋ, ਤੁਸੀਂ ਆਪਣੇ ਸਮਾਗਮਾਂ ਦੇ ਵਿੱਚ ਮੁੱਖ ਮਹਿਮਾਨ ਬਣਾਉਂਦੇ ਉਹਨਾਂ ਨੂੰ, ਤੇ ਕਾਂਗਰਸੀ ਤੁਸੀਂ ਦੂਜਿਆਂ ਨੂੰ ਕਹਿੰਦੇ। ਮੈਨੂੰ ਦੱਸੋ ਵੀ ਇਹ ਤੁਹਾਡੇ ਜਥੇਦਾਰ ਤੇ ਜਗੀਰ ਕੌਰ ਅੰਬ ਲੈਣ ਗਏ ਉੱਥੇ? ਅੰਬਾਂ ਦਾ ਮੌਸਮ ਚੱਲ ਰਿਹਾ, ਹੁਣ ਅੰਬ ਬੜੇ ਤਰ੍ਹਾਂ ਦੇ ਆ ਰਹੇ ਵੀ ਸ਼ਾਇਦ ਉੱਥੇ ਕੈਪਟਨ ਅਮਰਿੰਦਰ ਸਿੰਘ ਕੋਲੇ ਵਧੀਆ ਅੰਬ ਹੋਣਗੇ, ਅੰਬ ਲੈਣ ਗਏ ਉੱਥੇ ਕੈਪਟਨ ਅਮਰਿੰਦਰ ਸਿੰਘ ਦੇ ਕੋਲ। ਸਾਡੀਆਂ ਤੁਸੀਂ ਫੋਟੋਆਂ ਵਾਇਰਲ ਕਰਦੇ ਆ ਕਿ ਜਥੇਦਾਰ ਦਾ ਪੈਲਸ ਬਣਾਇਆ ਸੀ ਉਸਨੇ, ਫਾਰਮ ਹਾਊਸ ਬਣਾਇਆ, ਉਹਦੇ ਉਦਘਾਟਨ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੈਬਨਿਟ ਮੰਤਰੀ ਪੰਜਾਬ ਉਹ ਵੀ ਆਏ, ਮੈਂ ਵੀ ਗਿਆ, ਬੜੇ ਜਥੇਦਾਰ ਸੀ ਤੇ ਉਹਦੇ ਪੈਲਸ ਦਾ ਉਦਘਾਟਨ ਕਰ ਰਹੇ ਤੇ ਤੁਸੀਂ ਫੇਸਬੁੱਕਾਂ ਤੇ ਫੋਟੋਆਂ ਪਾਤੀਆਂ ਜੀ। ਦੇਖੋ ਜੀ, ਦਾਦੂਵਾਲ ਤੇ ਬਾਜਵਾ ਕਾਂਗਰਸ ਦੇ ਭਵਨ ਦਾ ਕਾਂਗਰਸ ਭਵਨ ਦਾ ਉਦਘਾਟਨ ਕਰ ਰਹੇ। ਇੱਕ ਜਥੇਦਾਰ ਦੇ ਫਾਰਮ ਹਾਊਸ ਨੂੰ, ਪੈਲਸ ਨੂੰ ਤੁਸੀਂ ਕਾਂਗਰਸ ਭਵਨ ਬਣਾ ਦਿੱਤਾ। ਇੱਕ ਟੀਵੀ ਚੈਨਲ ਦਾ ਉਦਘਾਟਨ ਸੀਗਾ ਚੰਡੀਗੜ੍ਹ ਕਿਸੇ ਹੋਟਲ ਦੇ ਵਿੱਚ, ਤੇ ਉੱਥੇ ਸਾਰੀਆਂ ਪਾਰਟੀਆਂ ਦੇ ਆਗੂ ਗਏ ਸੀ। ਉੱਥੇ ਕਾਂਗਰਸ ਦੇ, ਆਮ ਪਾਰਟੀ ਦੇ, ਅਕਾਲੀ ਦਲ ਦੇ, ਨਾਰਾਜ਼ ਜਿਹੜੇ ਆਗੂ ਦੂਜੇ ਅਕਾਲੀ ਦਲਾਂ ਦੇ ਉਹ ਵੀ ਸੀ, ਉੱਥੇ ਬੀਜੇਪੀ ਦੇ ਵੀ ਸੀ। ਤੇ ਬੀਜੇਪੀ ਦੇ ਇੱਕ ਆਗੂ ਦੇ ਬੋਲਦੇ ਆ ਮੇਰੀ ਬੈਠੇ ਦੀ ਫੋਟੋ ਵਿੱਚ ਸਾਰੇ ਬਾਕੀਆਂ ਦੇ ਨਾਲ, ਤੇ ਤੁਸੀਂ ਪਾ ਕੇ ਉਹਨੂੰ ਨਸ਼ਰ ਕਰਕੇ ਫੇਸਬੁੱਕਾਂ ਤੇ ਸੋਸ਼ਲ ਮੀਡੀਆ ਕਹਿੰਦੇ ਦੇਖੋ ਜੀ ਦਾਦੂਵਾਲ ਬੀਜੇਪੀ ਦੇ ਦਫ਼ਤਰ ਦੇ ਉਦਘਾਟਨ ਤੇ ਬੈਠਾ। ਕਿ ਆਹੀ ਕੁਛ ਰਹਿ ਗਿਆ ਤੁਹਾਡੇ ਕੋਲ? ਕਰੋੜਾਂ ਰੁਪਈਆ ਇਸੇ ਕੰਮ ਲਈ ਖਰਚ ਕਰਦੇ ਆ ਆਈਟੀ ਸੈੱਲ ਤੇ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਅਸੀਂ ਗਏ, ਅਸੀਂ ਹਰ ਜਗ੍ਹਾ ਤੇ ਜਿੱਥੇ ਵੀ ਜਾਂਦੇ ਅਸੀਂ ਖੁੱਲੇ ਆਮ, ਅਸੀਂ ਕੋਈ ਲੁਕਾਉਂਦੇ ਨਹੀਂ ਆ। ਕਦੇ ਤੁਸੀਂ ਕਹਿੰਦੇ ਡੇਰਾ ਬਿਆਸ ਦੇ ਨਾਲ, ਡੇਰਾ ਬਿਆਸ ਮੁਖੀ ਇਹਨਾਂ ਦੇ ਆਨੰਦ ਕਾਰਜ ਤੇ ਆਏ, ਉਹਨਾਂ ਨੂੰ ਮਿਲ ਕੇ ਗਏ ਦਾਦੂ ਸਾਹਿਬ ਨੂੰ, ਅਸੀਂ ਕਦੇ ਲੁਕਾਇਆ? ਮੀਡੀਆ 'ਚ ਅਸੀਂ ਕਿਹਾ ਹਾਂ ਸਾਡੇ ਕੋਲ ਆਏ ਆ, ਸਾਡਾ ਮੇਲ ਮਿਲਾਪ ਆ, ਅਸੀਂ ਕਦੇ ਲੁਕਾਇਆ? ਤੁਹਾਡਿਆਂ ਨੂੰ ਲੁਕਾਉਂਦੇ ਨਹੀਂ, ਤੁਸੀਂ ਡੇਰੇ ਸਰਸੇ ਰਾਤ ਨੂੰ ਹਾਜ਼ਰੀਆਂ ਭਰਦੇ ਹੋ ਤੇ ਲੁਕਾਉਂਦੇ ਹੋ। ਇੱਕ ਪਾਸੇ ਹੁਕਮਨਾਮਾ ਜਾਰੀ ਹੋਇਆ ਤੇ ਦੂਜੇ ਪਾਸੇ ਤੁਸੀਂ ਮਾਫੀਨਾਮੇ ਜਾਰੀ ਕਰਾਉਂਦੇ, ਤੇ ਫਿਰ ਕਹਿੰਦੇ ਆ ਸਰਸੇ ਆ ਕੈਪਟਨ ਚਲੇ ਗਿਆ। ਕੈਪਟਨ ਤਾਂ ਕਹਿੰਦਾ ਹੀ ਨਹੀਂ ਮੈਂ ਪੰਥਕ ਪਾਰਟੀ ਆ, ਕਾਂਗਰਸ ਤਾਂ ਪੰਥਕ ਪਾਰਟੀ ਨਹੀਂ, ਤੁਸੀਂ ਕਹਿੰਦੇ ਪੰਥਕ ਪਾਰਟੀ ਹੈ ਤੁਹਾਡੀ। ਤੁਸੀਂ ਕਹਿੰਦੇ ਆ ਕਿ ਅਸੀਂ ਪੰਥ ਦੇ ਠੇਕੇਦਾਰ ਆ, ਫਖਰੇ ਕੌਮ ਤੁਸੀਂ ਲਏ ਆ ਅਕਾਲ ਤਖਤ ਤੋਂ ਆਪਣੇ ਜਥੇਦਾਰਾਂ ਤੋਂ। ਤੁਹਾਡੀ ਗੱਲ, ਤੁਸੀਂ ਹੁਕਮਨਾਮੇ ਨੂੰ ਪਿੱਠ ਤੁਸੀਂ ਦਿੰਦੇ ਆ। ਤੁਹਾਡੇ ਜਿਹੜੇ ਸੀਗੇ ਦੱਸੋ, ਬਠਿੰਡੇ ਇਲੈਕਸ਼ਨ ਦੇ ਵਿੱਚ ਇੱਕ ਪੈਲਸ 'ਚ ਇਕੱਠ ਕੀਤਾ ਡੇਰੇ ਸਰਸੇ ਦੇ ਪੈਰੋਕਾਰਾਂ ਨੇ, ਹੁਕਮਨਾਮੇ ਨੂੰ ਪਿੱਠ ਦੇ ਕੇ ਤੁਹਾਡੇ ਕਾਲੀ ਜਥੇਦਾਰ ਸਾਰੇ ਮੂਹਰੇ ਬੈਠੇ ਸੀਗੇ, ਆਗੂ ਜਿੰਨੇ ਲੀਡਰ ਸੀ ਕੈਬਨਿਟ ਮੰਤਰੀ ਸਾਬਕਾ ਸਰਕਾਰ ਦੇ ਤੁਹਾਡੇ। ਤੇ ਤੁਹਾਡਾ ਹੀ ਉੱਥੇ ਜਿਹੜਾ ਸੀਗਾ ਜੀਤ ਮਹਿੰਦਰ ਸਿੱਧੂ, ਜਿਹੜਾ ਤਲਵੰਡੀ ਸਾਬੋ ਦਾ MLA ਕਈ ਵਾਰ ਰਿਹਾ, ਤੇ ਉਹਨੂੰ ਤੁਸੀਂ ਕਾਂਗਰਸ ਚੋਂ ਅਕਾਲੀ ਦਲ ਜੁਆਇਨ ਕਰਾਇਆ, ਨਾਲੇ ਬਾਦਲ ਦਲ ਜੁਆਇਨ ਕਰਾਇਆ, ਨਾਲੇ ਪਤਾ ਨਹੀਂ ਤੁਸੀਂ ਕਿਹੜਾ ਬਾਦਲ ਮਾਰਕਾ ਸ਼ੈਂਪੂ ਜਾਂ ਬਾਦਲ ਮਾਰਕਾ ਸਾਬਣ ਵਰਤਦੇ ਆ ਕਿ ਰਾਤੋਂ ਰਾਤ ਕਾਂਗਰਸੀ ਨੂੰ ਸਵੇਰ ਨੂੰ ਤੁਸੀਂ ਅਕਾਲੀ ਪੰਥਕ ਬਣਾ ਲੈਂਦੇ ਆ। ਦੇਖੋ ਜੋਗਿੰਦਰਪਾਲ ਜੈਨ, ਤੁਸੀਂ ਮੋਗੇ ਤੋਂ ਮੌਜੂਦਾ ਕਾਂਗਰਸ ਦਾ MLA, ਉਹਨੂੰ ਉਧਰੋਂ ਅਸਤੀਫਾ ਦਵਾ ਕੇ ਬਾਈ ਇਲੈਕਸ਼ਨ ਹੋਈ ਤੇ ਮੇਰੇ ਉੱਥੇ ਦੀਵਾਨ ਸੀ, ਮੈਂ ਦੇਖਿਆ ਮਹੇਸ਼ਰੀ ਮੋਗਾ ਜਿਹੜੀ ਦਾਣਾ ਮੰਡੀ ਸੀ ਮਹੇਸ਼ਰੀ ਖੁਰਾਣਾ ਦੀ, ਉੱਥੇ ਕੀਰਤਨ ਦਰਬਾਰ ਚੱਲ ਰਹੇ ਸੀ ਤੇ ਸੁਖਬੀਰ ਬਾਦਲ ਪਹੁੰਚੇ ਟੰਗ ਕੇ ਉਹਦੇ ਵਾਸਤੇ ਵੋਟਾਂ ਮੰਗਣ ਗਿਆ ਸੀ। ਤੇ ਵੋਟਾਂ ਕਿਵੇਂ ਮੰਗਦੇ ਸੀ? ਜਿਹੜਾ ਥੋੜੇ ਦਿਨ ਪਹਿਲਾਂ ਕਾਂਗਰਸੀ ਸੀ ਉਹਨੂੰ ਬਾਦਲ ਮਾਰਕਾ ਸ਼ੈਂਪੂ, ਬਾਦਲ ਮਾਰਕਾ ਸਾਬਣ ਦੇ ਨਾਲ ਨਵਾ ਕੇ, ਤੇ ਜਿਹਦੇ ਸਿਰ ਤੇ ਵਾਲ ਇੱਕ ਨਹੀਂ, ਉਹਨੂੰ ਕੀ ਕਹਿ ਰਹੇ ਸੀ? ਕਹਿੰਦੇ ਜਥੇਦਾਰ ਜੋਗਿੰਦਰਪਾਲ ਜੈਨ ਨੂੰ ਵੋਟਾਂ ਪਾਓ, ਜਥੇਦਾਰ ਜੋਗਿੰਦਰਪਾਲ ਜੈਨ। ਤੁਹਾਡੇ ਜਿਹੜੇ ਜਥੇਦਾਰ ਤੁਸੀਂ ਦੇਖੋ, ਪਤਾ ਨਹੀਂ ਕਿਹੜਾ ਸਾਬਣ ਲਾਉਂਦੇ ਤੁਸੀਂ ਉਹਨੂੰ ਫਿਰ ਦੋਗਲਾਪਣ ਤੁਹਾਡਾ ਦੇਖੋ। ਕਾਂਗਰਸੀਆਂ ਨਾਲ ਯਾਰੀਆਂ ਤੁਹਾਡੀਆਂ, ਰਿਸ਼ਤੇਦਾਰੀਆਂ ਤੁਹਾਡੀਆਂ, ਫੋਟੋਆਂ ਤੁਹਾਡੀਆਂ, ਸਾਰਾ ਕੁਝ ਤੁਹਾਡਾ। ਕਾਂਗਰਸੀਆਂ ਨੂੰ ਤੁਸੀਂ ਆਪਣੇ ਜਿਹਨੂੰ ਤੁਸੀਂ ਮਹਾ ਚੋਰ ਕਹਿੰਦੇ, ਮਹਾ ਠੱਗ ਕਹਿੰਦੇ ਹੋ, ਕਿ ਰਾਤੋਂ ਰਾਤ ਉਹਦੀ ਪਾਰਟੀ ਬਦਲਾ ਕੇ ਸਵੇਰ ਨੂੰ ਉਹਨੂੰ ਮਹਾ ਪਵਿੱਤਰ ਬਣਾ ਲੈਂਦੇ ਹੋ। ਉਹ ਤੁਹਾਡੇ ਬਾਦਲ ਦਲ ਚ ਆ ਕੇ ਪਵਿੱਤਰ ਹੋ ਜਾਂਦਾ। ਅੱਜ ਮੈਂ ਕਾਂਗਰਸੀ ਹਾਂ, ਮੈਨੂੰ ਤੁਸੀਂ ਕਾਂਗਰਸੀ ਕਹਿੰਦੇ ਹੋ, RSS ਕਹਿ ਦੋਗੇ, ਹੋਰ ਬਹੁਤ ਕੁਝ ਕਹਿ ਦੋਗੇ। ਜੇ ਅੱਜ ਮੈਂ ਕਹਿ ਦਿਆਂ ਕਿ ਠੀਕ ਆ ਸੁਖਬੀਰ ਬਾਦਲ ਨਾਲ ਮੇਰੀ ਕੋਈ ਰੌਲਾ ਨਹੀਂ ਹੈ ਤੇ ਮੈਂ ਅਕਾਲੀ ਦਲ ਦੇ ਨਾਲ ਆ, ਤੇ ਸਵੇਰ ਨੂੰ ਤੁਸੀਂ ਕਹਿਣਾ ਦਾਦੂਵਾਲ ਵਰਗਾ ਕੋਈ ਜਥੇਦਾਰ ਹੀ ਨਹੀਂ ਹੈ। ਜਦੋਂ ਤੁਸੀਂ ਮੇਰੇ ਤਰਲੇ ਕੱਢਦੇ ਰਹੇ ਆ ਕਿ ਤੁਸੀਂ ਸਾਡਾ ਸਮਰਥਨ ਕਰੋ, ਮੈਂ ਤੁਹਾਡਾ ਸਮਰਥਨ ਕਰ ਦਿੰਦਾ ਤੇ ਫਿਰ ਮੇਰੇ ਵਰਗਾ ਜਿਹੜਾ ਜਥੇਦਾਰ ਕੋਈ ਨਹੀਂ ਸੀ ਹੋਣਾ। ਦੋਗਲਾਪਣ ਤੁਹਾਡਾ, ਤੁਹਾਡੇ ਦੋਗਲੇਪਣ ਦੀਆਂ ਗੱਲਾਂ ਦੇਖੋ ਤੁਸੀਂ। ਅੱਜ ਕੁਮਰ ਵਿਜੇ ਪ੍ਰਤਾਪ ਨੂੰ ਕਹਿੰਦੇ ਉਹ ਪਾਨਾਂ ਦਾ ਬੀੜਾ ਲਾਉਂਦਾ, ਮੈਨੂੰ ਉਹਦੇ ਅਤੀਤ ਦਾ ਨਹੀਂ ਪਤਾ, ਭਵਿੱਖ ਚ ਉਹਨੇ ਕੀ ਕਰਨਾ ਮੈਨੂੰ ਨਹੀਂ ਪਤਾ। ਪਰ ਜਦੋਂ ਉਹਨੂੰ ਉਹਦੇ ਪੁਲਿਸ ਮਹਿਕਮੇ ਨੇ ਵੀ ਅਪਮਾਨਿਤ ਕੀਤਾ, ਕੈਪਟਨ ਸਰਕਾਰ ਨੇ ਅਪਮਾਨਿਤ ਕੀਤਾ, ਨਿਆਂਪਾਲਕਾਂ ਨੇ, ਕੋਰਟ ਨੇ ਅਪਮਾਨਿਤ ਕੀਤਾ, ਤੇ ਮੇਰੇ ਮਨ 'ਚ ਖਿਆਲ ਆਇਆ ਵਾਹਿਗੁਰੂ ਵੱਲੋਂ ਹੁਕਮ ਕਿ ਇੱਕ ਬੰਦਾ ਸਿੱਖਾਂ ਲਈ ਖੜਾ,
ਜਿਹਨੇ ਜਾਂਚ ਕੀਤੀ ਹੈ, ਜਦੋਂ ਸਾਰੇ ਪਿੱਛੇ ਹੋ ਗਏ ਸੀ, ਉਹਨੇ ਦਲੇਰੀ ਦੇ ਨਾਲ, ਨਿਡਰਤਾ ਦੇ ਨਾਲ ਉਸ ਜਾਂਚ ਨੂੰ ਅੱਗੇ ਵਧਾਇਆ, ਜਿਹਨੂੰ ਪਤਾ ਸੀ ਸਾਰਾ ਕੁਝ ਵੀ ਜਾਣ ਵੀ ਜਾ ਸਕਦੀ ਹੈ, ਕਿ ਉਸ ਬੰਦੇ ਦਾ ਸਨਮਾਨ ਕਰਨਾ ਚਾਹੀਦਾ। ਮੈਨੂੰ ਨਹੀਂ ਪਤਾ ਉਹ ਪਾਨਾਂ ਦਾ ਬੀੜਾ ਲਾਉਂਦਾ ਕਿ ਨਹੀਂ। ਵਲਟੋਆ ਕਹਿੰਦਾ ਮੇਰੇ ਸਾਹਮਣੇ ਪਾਨਾਂ ਦਾ ਬੀੜਾ ਲਾਇਆ, ਤੇ ਮੈਂ ਵਲਟੋਏ ਨੂੰ ਪੁੱਛਣਾ ਚਾਹੁੰਦਾ ਕਿ ਅਸੀਂ ਤਾਂ ਕੇਵਲ 골ਡ ਮੈਡਲ ਉਹਨੂੰ ਦਿੱਤਾ ਪੰਥ ਵੱਲੋਂ, ਉਹਦਾ ਮਾਣ ਸਿਰਫ ਇਸ ਕਰਕੇ ਕਿ ਉਹ ਖੜਾ ਹੋਇਆ। ਜਿਹੜਾ ਤੁਸੀਂ ਸਮੇਧ ਸੈਣੀ ਡੀਜੀਪੀ ਲਾਇਆ ਸੀ, ਉਹਨੇ ਅੰਮ੍ਰਿਤ ਛਕਿਆ ਸੀਗਾ? ਉਹ ਤਾਂ ਬੀੜੀਆਂ ਪੀਂਦਾ, ਸ਼ਰਾਬ ਪੀਂਦਾ, ਦਿਨ ਰਾਤ ਨਸ਼ੇ 'ਚ ਰਹਿੰਦਾ, ਜਿਹਨੇ ਨੌਜਵਾਨੇ ਸ਼ਹੀਦ ਕੀਤੇ। ਫਿਰ ਇਜ਼ਰਾ ਆਲਮ ਉਹ ਝਟਕਾ ਕਰਕੇ ਖਾਂਦਾ, ਜਾਂ ਉਹ ਬਾਦਲ ਦਲ ਤੋਂ ਭੋਗ ਲਵਾ ਕੇ ਖਾਂਦਾ ਸੀਗਾ ਇਜ਼ਰਾ ਆਲਮ, ਤੇ ਤਾਂ ਕਰਕੇ ਤੁਸੀਂ ਉਹਨੂੰ ਜਿਹੜਾ ਸੀ ਆਪਣੀ ਪਾਰਟੀ ਦਾ ਅਹੁਦੇਦਾਰ ਬਣਾਇਆ, ਤੇ ਮੁੜ ਕੇ ਉਹਦੀ ਘਰ ਵਾਲੀ ਨੂੰ MLA ਬਣਾਇਆ, ਤੇ ਪਾਰਲੀਮੈਂਟ ਸਕੱਤਰ ਬਣਾਇਆ। ਦੋਗਲਾਪਣ ਨਹੀਂ ਤੁਹਾਡਾ। ਤੁਸੀਂ ਕਹਿੰਦੇ ਦਰਬਾਰ ਸਾਹਿਬ ਪ੍ਰਕਰਮਾਂ 'ਚ ਇੱਕ ਉਹ ਤਾਂ ਗੈਰ ਸਿੱਖ ਆ, ਤੁਹਾਡਾ ਦੋਗਲਾਪਣ। ਉਦਾਂ ਦਰਬਾਰ ਸਾਹਿਬ 'ਚ ਟੋਪੀ ਪਾ ਕੇ ਜਾਣ ਦੀ ਮਨਾਹੀ ਹੈ। ਜਿੱਦਾਂ ਨਰਿੰਦਰ ਮੋਦੀ ਇੱਕ ਅਸ਼ਰਫ ਗਨੀ, ਸ਼ਾਇਦ ਉਹ ਜਾਂ ਪਤਾ ਨਹੀਂ ਕਿਹੜਾ ਸੀਗਾ, ਉਹ ਅਫਗਾਨਿਸਤਾਨ ਦਾ ਮੱਥਾ ਟੇਕਣ ਆਏ ਸੀਗੇ, ਤੇ ਟੋਪੀਆਂ ਸਮੇਤ ਦਰਬਾਰ ਸਾਹਿਬ 'ਚ ਗਏ, ਤੇ ਤੁਸੀਂ ਸਰੋਪੋ ਦਿੱਤੇ। ਉਦਾਂ ਨਾ ਤੁਸੀਂ ਟੋਪੀਆਂ ਰੋਕੀਆਂ ਕਿਉਂ? ਨਰਿੰਦਰ ਮੋਦੀ ਸੀ ਤਾਂ ਕਰਕੇ ਨਹੀਂ ਰੋਕਿਆ ਤੁਸੀਂ ਸਰੋਪੋ ਦਿੱਤੇ। ਲਾਲ ਕ੍ਰਿਸ਼ਨ ਅਡਵਾਨੀ ਕਹਿੰਦਾ ਮਾਈ ਕੰਟਰੀ ਮਾਈ ਲਾਈਫ, ਕਿ ਅਸੀਂ ਕਰਾਇਆ ਦਰਬਾਰ ਸਾਹਿਬ ਤੇ ਅਟੈਕ, ਇੰਦਰਾ ਨੂੰ ਮੰਨਦੀ ਨਹੀਂ ਸੀ, ਅਸੀਂ ਉਹਨੂੰ ਉਕਸਾਇਆ, ਤੇ ਤੁਸੀਂ ਉਹਨੂੰ ਦਰਬਾਰ ਸਾਹਿਬ 'ਚ ਸਨਮਾਨ ਕੀਤਾ। ਦੋਗਲਾਪਣ ਨਹੀਂ ਤੁਹਾਡਾ। ਤੁਸੀਂ ਕਹਿੰਦੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਉਹਨਾਂ ਨੂੰ ਸਰੋਪੇ ਦਿੰਦੇ ਆ, ਉੱਥੇ ਸਮੇਧ ਸੈਣੀ ਨੂੰ ਤੁਸੀਂ ਸਰੋਪੋ ਦਿੰਦੇ ਰਹੇ ਆ। ਲੰਡਨ ਦੀ ਮਹਾਰਾਣੀ ਐਲਿਜ਼ਾਬੈਥ ਇੱਥੇ ਆਈ, ਤੇ ਤੁਹਾਡਾ ਦੋਗਲਾਪਣ, ਜਰਾਬਾਂ ਸਮੇਤ ਦਰਬਾਰ ਸਾਹਿਬ 'ਚ ਗਈ, ਜਰਾਬਾਂ ਪਾ ਕੇ ਸਪੈਸ਼ਲ ਕਾਰਪੇਟ, ਰੈੱਡ ਕਾਰਪੇਟ ਵਿਛਾਇਆ ਤੁਸੀਂ ਸਪੈਸ਼ਲ ਪ੍ਰਕਰਮਾਂ ਦੇ ਵਿੱਚ, ਨਵਾਂ ਉਹਦੇ ਵਾਸਤੇ। ਅਕਾਲ ਤਖਤ ਸਾਹਿਬ ਤੋਂ ਵੀ ਉਹਨੂੰ ਸਰੋਪਾ ਦਿੱਤਾ, ਉਦੋਂ ਭਾਈ ਰਣਜੀਤ ਸਿੰਘ ਜੀ ਜਥੇਦਾਰ ਸੀ ਉਦੋਂ, ਤੇ ਉਹਨੂੰ ਸਰੋਪਾ ਦਿੱਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌੜਾ ਸੀਗਾ। ਦੋਗਲਾਪਣ ਨਹੀਂ ਤੁਹਾਡਾ। ਉਹ ਆਪਣਾ ਜਰਾਬਾਂ ਸਮੇਤ ਗਈ, ਰੈੱਡ ਕਾਰਪੇਟ ਸਪੈਸ਼ਲ ਵਿਛਾਇਆ ਉਹਦੇ ਵਾਸਤੇ, ਟੋਪੀ ਪਾ ਕੇ ਗਏ ਉਹਨਾਂ ਨੂੰ। ਕਿੱਥੇ ਤੁਹਾਡਾ ਉਸ ਵੇਲੇ, ਕਿੱਥੇ ਜਾਂਦੀ ਹੈ ਮਰਿਆਦਾ ਤੁਹਾਡੀ? ਦੋਗਲਾਪਣ ਤੁਹਾਡਾ। ਦੋਗਲੇ ਆ ਤੁਸੀਂ ਹਰ ਗੱਲ ਤੇ। ਜਦੋਂ ਤੁਸੀਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨੀਆਂ ਹੁੰਦੀਆਂ ਬਾਦਲ ਦਲ ਨੇ, ਉਦੋਂ ਕਹਿੰਦੇ ਸਾਡੀ ਪਾਰਟੀ ਪੰਥਕ ਧਾਰਮਿਕ ਆ, ਤੇ ਜਦੋਂ ਤੁਸੀਂ ਸਿਆਸੀ ਲੜਨੀਆਂ ਹੁੰਦੀਆਂ ਉਦੋਂ ਕਹਿੰਦੇ ਅਕਾਲੀ ਦਲ ਸਿਆਸੀ ਪਾਰਟੀ ਆ। ਤੁਹਾਡਾ ਤਾਂ ਸੰਵਿਧਾਨ ਵੀ ਦੋਗਲਾ। ਤੁਸੀਂ ਤਾਂ ਦੋਗਲੀਆਂ ਗੱਲਾਂ ਬਣਾਈਆਂ ਸਾਰੀਆਂ, ਸਾਰਾ ਕੁਝ ਦੋਗਲਾਪਣ। ਵਲਟੋਏ ਵਰਗੇ ਦੋਗਲੇ ਆ। ਜਦੋਂ ਸੰਤ ਜਰਨੈਲ ਸਿੰਘ ਦੀ ਗੱਲ ਕਰਨੀ ਉਦੋਂ ਕਹਿਣਾ ਉਹ ਸੰਤ ਸਿਪਾਹੀ ਆ, ਤੇ ਦੂਜੇ ਪਾਸੇ ਬਾਪੂ ਬਾਦਲ ਨੂੰ ਕਹਿਣਾ, ਉਹ ਪ੍ਰਕਾਸ਼ ਸਿੰਘ ਬਾਦਲ ਨੂੰ, ਜਿਹੜੇ ਸੰਤ ਜਰਨੈਲ ਸਿੰਘ ਦੇ ਖਿਲਾਫ ਸੀ। ਅੱਜ ਤੱਕ ਸੰਤ ਜਰਨੈਲ ਸਿੰਘ, ਪ੍ਰਕਾਸ਼ ਸਿੰਘ ਬਾਦਲ ਤੋਂ ਵਲਟੋਆ ਸ਼ਹੀਦ ਕਹਾ ਕੇ ਦਿਖਾਵੇ ਕਿ ਸੰਤ ਜਰਨੈਲ ਸਿੰਘ ਸੰਤ ਸਿਪਾਹੀ ਨੇ 20ਵੀਂ ਸਦੀ ਦੇ ਮਹਾਨ ਸਿੱਖ ਨੇ। ਮੈਂ ਚੈਲੰਜ ਕਰਦਾ ਵਿਰਸਾ ਸਿੰਘ ਵਲਟੋਏ ਨੂੰ ਕਿ ਪ੍ਰਕਾਸ਼ ਸਿੰਘ ਬਾਦਲ ਤੋਂ, ਸੁਖਬੀਰ ਸਿੰਘ ਬਾਦਲ ਤੋਂ ਸੰਤ ਜਰਨੈਲ ਸਿੰਘ ਨੂੰ 20ਵੀਂ ਸਦੀ ਦਾ ਮਹਾਨ ਸਿੱਖ ਕਹਾ ਕੇ ਦਿਖਾਵੇ, ਜਿਹੜਾ ਖਿਤਾਬ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲਿਆ ਹੋਇਆ। ਇਹ ਦੋਗਲਾਪਣਾ ਤੁਹਾਡਾ ਹਰ ਗੱਲ ਤੇ। ਕਾਂਗਰਸੀ ਵੀ ਤੁਸੀਂ ਆ, ਕਾਂਗਰਸ ਨਾਲ ਸਾਂਝ ਭਿਆਲੀਆਂ ਰਿਸ਼ਤੇਦਾਰੀਆਂ ਤੁਹਾਡੀਆਂ ਨੇ। ਜਿਹੜੇ ਸਿੱਖਾਂ ਦੇ ਕਾਤਲ ਅਫਸਰ ਨੇ ਉਹਨਾਂ ਨੂੰ ਤੁਸੀਂ ਸਨਮਾਨ ਦੇ ਰਹੇ, ਵੱਡੇ ਅਹੁਦੇ ਦੇ ਕੇ। ਅਸੀਂ ਤਾਂ ਜਿਨ੍ਹਾਂ ਸਿੱਖਾਂ ਦੀ ਕੁਛ ਕੀਤਾ, ਅਸੀਂ ਤਾਂ ਉਹਦਾ ਸਨਮਾਨ ਕੀਤਾ, ਸਰੋਪਾ ਦਿੱਤਾ, ਪੂਰੀ ਕੌਮ ਨੇ ਸਲਾਇਆ, ਪੂਰੇ ਪੰਥ ਨੇ ਸਲਾਇਆ। ਤੁਸੀਂ ਦਰਬਾਰ ਸਾਹਿਬ ਦੇ ਵਿੱਚ ਜਰਾਬਾਂ ਸਮੇਤ ਜਾਣ ਦੀ ਆਗਿਆ ਦਿੰਦੇ ਰਹੇ ਆ। ਦੋਗਲਾਪਣਾ ਤੁਹਾਡਾ। ਜਿੱਥੇ ਮਰਜ਼ੀ ਡਿਬੇਟ, ਵਿਰਸਾ ਸਿੰਘ ਵਲਟੋਆ ਛੱਡੋ, ਵਿਕਰਮ ਸਿੰਘ ਮਜੀਠੀਆ, ਸੁਖਬੀਰ ਸਿੰਘ ਬਾਦਲ ਨੂੰ ਜਿਹੜੇ ਮਰਜ਼ੀ ਚੈਨਲ ਤੇ ਬਿਠਾ ਕੇ ਤੇ ਮੇਰੇ ਨਾਲ ਡਿਬੇਟ ਕਰਾ ਦਿਓ, ਮੈਂ ਦੱਸਾਂਗਾ ਕਿ ਇਹਨਾਂ ਦਾ ਦੋਗਲਾਪਣ ਕੀ ਹੈ, ਕਿ ਕਿੱਥੇ ਕਿੱਥੇ ਦੋਗਲਾਪਣ। ਹੁਣ ਆਹ ਦੇਖੋ, ਇੱਕ ਪਾਸੇ ਦੋਗਲਾਪਣ ਨਹੀਂ ਤੁਹਾਡਾ। ਜਦੋਂ ਪੱਤਰਕਾਰ ਪੁੱਛਦੇ ਆ ਸ਼੍ਰੋਮਣੀ ਕਮੇਟੀ 'ਚ ਦਖਲ, ਉਦੋਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਕਹਿੰਦਾ ਸਾਡਾ ਸ਼੍ਰੋਮਣੀ ਕਮੇਟੀ 'ਚ ਕੋਈ ਦਖਲ ਨਹੀਂ ਹੈ, ਸ਼੍ਰੋਮਣੀ ਕਮੇਟੀ ਇੰਡੀਪੈਂਡੈਂਟ ਸੰਸਥਾ, ਸਾਡਾ ਤਖਤਾਂ ਤੇ ਕੋਈ ਦਖਲ ਨਹੀਂ ਹੈ। ਕੋਠੀ 'ਚ ਸੱਦ ਕੇ ਤੁਸੀਂ ਹੁਕਮਨਾਮੇ ਜਾਰੀ ਕਰਾਉਣੇ ਜਥੇਦਾਰਾਂ ਤੋਂ। ਮੈਨੂੰ ਤਾਂ ਉਹਨਾਂ ਚੋਂ ਇੱਕ ਜਥੇਦਾਰ ਨੇ ਵੀ ਦੱਸਦਾ, ਹੁਣ ਉਹ ਵੀ ਮੇਰੇ ਕੋਲ ਆ ਗਿਆ, ਉਹਨੇ ਆ ਕੇ ਦੱਸਿਆ ਕਿ ਹਾਂ ਸਾਨੂੰ ਉੱਥੇ ਸੱਦ ਕੇ ਜਿਹੜਾ ਸੀਗਾ ਤੇ ਫਿਰ ਹੁਕਮਨਾਮਾ ਜਾਰੀ ਕਰਾਇਆ ਸਾਡੇ ਤੋਂ। ਇਹ ਤੁਹਾਡੀ ਗੱਲ ਦਾ ਜਿੰਦਾ ਜਾਗਦਾ ਸਬੂਤ ਆ ਸਾਡੇ ਕੋਲੇ। ਤੇ ਦੂਜੇ ਪਾਸੇ ਤੁਸੀਂ ਕਹਿੰਦੇ ਦਖਲ ਕੋਈ ਨਹੀਂ। ਆ ਹੁਣ ਤੁਸੀਂ ਕਹਿੰਦੇ ਅਸੀਂ ਕਾਰਪੋਰੇਟ ਘਰਾਣਾ, ਸੁਖਬੀਰ ਕਹਿੰਦਾ 1000 ਕਿੱਲਾ ਜ਼ਮੀਨ ਮੇਰੇ ਨਾਨਕਿਆਂ ਦੀ, 1000 ਮੇਰੇ ਦਾਦਕਿਆਂ ਦੀ, ਪਤਾ ਨਹੀਂ ਕਿਹੜੀ ਕਿਹੜੀ ਗਿਣਦਾ। ਤੁਸੀਂ 1000 ਰੁਪਈਆ ਵੀ ਕਰੋਨਾ 'ਚ ਖਰਚਿਆ, ਸਾਲ ਤੋਂ ਵੱਧ ਹੋ ਗਿਆ ਸਮਾਂ ਕਰੋਨਾ ਮਹਾਮਾਰੀ ਨੂੰ। ਆਪਣਾ ਬੱਸਾਂ ਭੇਜਣੀਆਂ ਸੀ ਹਜ਼ੂਰ ਸਾਹਿਬ ਤੋਂ ਸੰਗਤਾਂ ਨੂੰ ਲੈਣ, ਉਦੋਂ ਆਰਬਿਟ ਕਿੱਥੇ ਗਈਆਂ? ਜਦੋਂ ਆ ਕਰੋਨਾ ਸੈਂਟਰ ਬਣਾਓ, ਆਰਬਿਟ ਰਿਜ਼ੋਰਟਾਂ ਨੂੰ ਹੁਣ ਕਰੋਨਾ ਸੈਂਟਰ ਬਣਾਓ। ਦੋਗਲਾਪਣ। ਤੁਸੀਂ ਕਹਿੰਦੇ ਸ਼੍ਰੋਮਣੀ ਕਮੇਟੀ ਦਖਲ ਨਹੀਂ। ਜੇ 50 ਬੈੱਡਾਂ ਦਾ
ਤਖ਼ਤ ਸ੍ਰੀ ਦਮਦਮਾ ਸਾਹਿਬ ਸਰਾਂ 'ਚ ਕੋਵਿਡ ਸੈਂਟਰ ਬਣਾਇਆ, ਉਹਦਾ ਐਲਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਕਰੇ, ਦਮਦਮਾ ਸਾਹਿਬ ਦਾ ਜਥੇਦਾਰ ਕਰੇ। ਸੁਖਬੀਰ ਬਾਦਲ ਕੌਣ ਹੁੰਦਾ? ਨਾਲੇ ਕਹਿੰਦੇ ਸਾਡਾ ਦਖਲ ਕੋਈ ਨਹੀਂ, ਉੱਥੇ ਆ ਕੇ ਉਦਘਾਟਨ ਕਰਦਾ। ਸੁਖਬੀਰ ਬਾਦਲ ਕਿਉਂ ਉਦਘਾਟਨ ਕਰੇ? ਸੁਖਬੀਰ ਬਾਦਲ ਹਰਸਿਮਰਤ ਬਾਦਲ ਕਿਉਂ ਐਲਾਨ ਕਰੇ ਕਿ ਅਸੀਂ ਦਮਦਮਾ ਸਾਹਿਬ ਵੀ 50 ਬੈੱਡਾਂ ਦਾ ਬਣਾਵਾਂਗੇ? ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ। ਸ਼੍ਰੋਮਣੀ ਕਮੇਟੀ ਸਾਡੀ ਬਹੁਤ ਵੱਡੀ ਸੰਸਥਾ, ਉਹਨੂੰ ਕਰਨੀ ਚਾਹੀਦੀ। ਅਸੀਂ ਸ਼ਲਾਘਾ ਕਰਦੇ ਹਾਂ, ਪਰ ਮੈਂ ਸਮਝਦਾ ਇਹ ਬਹੁਤ ਛੋਟੇ ਆ। 50 ਬੈੱਡ 100 ਬੈੱਡ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸਿੱਖਾਂ ਦੀ ਮਹਾਨ ਸੰਸਥਾ ਵਾ। ਮੌਜੂਦਾ ਪ੍ਰਬੰਧਕ ਮਾੜੇ ਆ ਤੇ ਇਹਦਾ ਇਹ ਨਹੀਂ ਹੈ ਕਿ ਸਾਡੀ ਸੰਸਥਾ ਖਰਾਬ ਆ। ਸੰਸਥਾ ਦੇ ਵਿੱਚ ਬਹੁਤ ਸਾਰੇ ਜਿਹੜੇ ਮੁਲਾਜ਼ਮ ਆ, ਅਹੁਦੇਦਾਰ ਆ, ਮੈਂ ਸਤਿਕਾਰ ਕਰਦਾ ਦਰਬਾਰ ਸਾਹਿਬ ਦੇ, ਚਾਹੇ ਹੈੱਡ ਗ੍ਰੰਥੀ ਨੇ, ਗ੍ਰੰਥੀ ਸਿੰਘ ਨੇ, ਮੁਲਾਜ਼ਮ ਨੇ, ਮੈਂ ਸਾਰੇ ਸਤਿਕਾਰ, ਬੜਾ ਪਿਆਰ ਕਰਦੇ ਆ ਸਾਰੇ। ਅਕਸਰ ਮੇਲ ਜੋਲ ਹੁੰਦਾ ਰਹਿੰਦਾ, ਬੜਾ ਸਤਿਕਾਰ, ਮੈਂ ਪਿਆਰ ਉਹਨਾਂ ਦਾ ਕਰਦਾ। ਉਹ ਵੀ ਅੰਦਰੋਂ ਖਫਾ ਨੇ ਇਸ ਗੱਲ ਤੇ ਵੀ ਇਹ ਬਾਦਲਾਂ ਦਾ ਜਿਹੜਾ ਹੈਗਾ ਉਹ ਤੋਂ ਗਲਬਾ ਲੈਣਾ ਚਾਹੀਦਾ, ਤਖਤਾਂ ਤੋਂ, ਸ਼੍ਰੋਮਣੀ ਕਮੇਟੀ ਤੋਂ। ਉਹ ਵੀ ਸਮੇਂ ਦੀ ਉਡੀਕ 'ਚ ਆ, ਇਹ ਗਲਬਾ ਲੈਣਾ ਚਾਹੀਦਾ ਵਾ ਤਖਤਾਂ ਦੇ ਉੱਤੋਂ, ਸ਼੍ਰੋਮਣੀ ਕਮੇਟੀ ਦੇ ਉੱਤੋਂ। ਪਰ ਇਹ ਦੋਗਲਾਪਣ ਤੁਹਾਡਾ, ਸੰਵਿਧਾਨ ਵੀ ਦੋ ਨੇ ਤੁਹਾਡੇ, ਦੋਗਲਾਪਣ ਹੈ ਤੁਹਾਡਾ ਹਰ ਗੱਲ ਦੇ ਉੱਤੇ। ਮੈਂ ਹਰ ਗੱਲ ਤੇ ਚੈਲੰਜ ਕਰਦਾ ਤੇ ਹਰ ਗੱਲ ਦਾ ਜਵਾਬ ਦੇਣਾ। ਜਦੋਂ ਮਰਜ਼ੀ ਸੁਖਬੀਰ ਸਿੰਘ ਬਾਦਲ, ਚਾਹੇ ਬਿਕਰਮਜੀਤ ਸਿੰਘ ਮਜੀਠੀਆ, ਜਿੱਥੇ ਮਰਜ਼ੀ ਬੈਠ ਕੇ, ਜਾਂ ਵਿਰਸਾ ਸਿੰਘ ਵਲਟੋਹਾ, ਇਹਨਾਂ ਗੱਲਾਂ ਤੇ ਡਿਬੇਟ ਕਰਦੇ। ਜੇ ਉਹਦੇ ਕੋਲ ਜਵਾਬ ਹੈਗੇ ਤਾਂ ਦੇ ਦੇ। ਐਵੇਂ ਆ ਪਿਆਦਿਆਂ ਜਿਹਾਂ ਨੂੰ ਆ ਲੱਲੀ ਛੱਲੀ ਤੋਂ ਜਵਾਬ ਨਾ ਦਵਾਵੇ, ਜਵਾਬ ਆਪ ਦਵੇ। ਜਾਂ ਲੱਲੀ ਛੱਲੀ ਜੇ ਬੋਲਣਗੇ, ਮੇਰੇ ਕੋਲ ਬਹੁਤ ਹੈਗੇ ਆ ਸਿੰਘ ਚੜ੍ਹਦੀ ਕਲਾ ਵਾਲੇ, ਉਹ ਜਵਾਬ ਦੇ ਦੇਣਗੇ। ਪਰ ਮੈਂ ਸੁਖਬੀਰ ਬਾਦਲ ਨੂੰ ਕਹਿਣਾ ਜਵਾਬ ਦੇਵੇ, ਬਿਕਰਮਜੀਤ ਸਿੰਘ ਮਜੀਠੀਆ ਜਵਾਬ ਦੇ, ਜਿਹੜੇ ਤੁਹਾਡੇ ਆਗੂ ਨੇ ਉਹ ਜਵਾਬ ਦੇਣੇ। ਇਹ ਗੱਲ ਦਾ ਦੋਗਲਾਪਨ, ਤੁਹਾਡੀਆਂ ਰਿਸ਼ਤੇਦਾਰੀਆਂ, ਤੁਹਾਡੀਆਂ ਸਾਂਝ ਭਿਆਲੀਆਂ ਉਹਨਾਂ ਨਾਲ, ਤਾਂ ਹੀ ਤੁਹਾਨੂੰ ਬਚਾਉਣ ਦਾ ਯਤਨ, ਸੌਦਾ ਸਾਧ ਨੂੰ ਬਾਦਲਾਂ ਨੇ ਬਚਾਉਣ ਦਾ ਯਤਨ ਕੀਤਾ ਤੇ ਅੱਜ ਕੰਧਾਂ 'ਚ ਵੱਜਦੇ ਫਿਰਦੇ ਆ। ਤੇ ਅੱਜ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਨੂੰ ਬਚਾਉਣ ਦਾ ਯਤਨ ਕਰ ਰਿਹਾ ਤੇ ਬੁਰਾ ਹਾਲ ਕਰ ਲਿਆ। ਹੁਣ ਉਹਦੀ ਕਾਂਗਰਸ ਹੀ, ਉਹਦੇ ਅਹੁਦੇਦਾਰੀ, ਉਹਦੇ ਮੰਤਰੀ ਸੰਤਰੀ ਐਮਐਲਏ ਕੀ ਜਾਂਦੇ, ਸਾਨੂੰ ਤਾਂ ਕਹਿਣ ਦੀ ਲੋੜ ਨਹੀਂ ਆ। ਹੁਣ ਤਾਂ ਬੱਚਾ ਕਹਿ ਰਿਹਾ, ਅਸਰ ਇਹਨਾਂ ਦਾ ਬੁਰਾ ਹੋਊਗਾ। ਪਰ ਮੈਂ ਅੱਜ ਜਿਹੜੇ ਇੱਕ ਦੋ ਨੁਕਤਿਆਂ ਤੇ ਇਹੀ ਗੱਲ ਕਰਨੀ ਚਾਹੁੰਦਾ ਸੀ, ਸੰਗਤਾਂ ਸੁਚੇਤ ਰਹਿਣ। ਇਹ ਦੋਗਲੇ ਆ, ਇਹ ਸਾਰਾ ਕੁਝ ਆਪ ਕਰਦੇ ਆ, ਇਹ ਬਦਨਾਮ ਦੂਜਿਆਂ ਨੂੰ ਕਰਦੇ। ਅਸੀਂ ਗੁਰੂ ਪੰਥ ਦੇ ਸੇਵਾਦਾਰ ਸੰਗਤਾਂ, ਅਸੀਂ ਜਿਹਦੇ ਨਾਲ ਸਾਡਾ ਹੈ, ਅਸੀਂ ਖੁੱਲ੍ਹੇਆਮ ਕਬੂਲਦੇ ਹਾਂ। ਅਸੀਂ ਇੱਕ ਤਾਣ ਕੇ ਕਹਿੰਦੇ ਆ, ਜਿਹਦੇ ਨਾਲ ਸਾਡੀ ਮਿੱਤਰਤਾ ਜਿਹਦੇ ਨਾਲ ਜਾਰੀ ਹੈ, ਜੋ ਪੰਥ ਦਾ ਕੌਮ ਦਾ ਕੰਮ ਕਰਦੇ ਆ, ਅਸੀਂ ਇੱਕ ਤਾਣ ਕੇ ਕਹਿੰਦੇ ਆ। ਅਸੀਂ ਇਹਨਾਂ ਅੱਗੇ ਝੂਠੇ, ਇਹਨਾਂ ਨੂੰ ਤਾਂ ਵਿਧਾਨ ਸਭਾ ਨੇ ਝੂਠਾ ਕਰਾਰ, ਸੁਖਬੀਰ ਬਾਦਲ ਨੂੰ ਤਾਂ ਵਿਧਾਨ ਸਭਾ ਨੇ ਝੂਠਾ ਕਰਾਰ ਦਿੱਤਾ। ਪ੍ਰਵਿਲਜ ਕਮੇਟੀ ਕੋਲੇ ਕੇਸ ਗਿਆ, ਝੂਠ ਬੋਲਦਾ ਰਿਹਾ। ਕਦੇ ਕੈਪਟਨ ਨਾਲ ਮੀਟਿੰਗਾਂ ਕਰਾ, ਕਦੇ 16 ਕਰੋੜ ਰੁਪਈਆ ਜੀ ਦਾਦੂਵਾਲ ਦੇ ਅਕਾਊਂਟ 'ਚ ISI ਨੇ ਪਾਤਾ, ਕਦੇ ਕਹਿੰਦਾ ਨਿਰੰਕਾਰੀਆਂ ਦੇ ਡੇਰੇ ਤੇ ਹਮਲਾ ਬਰਗਾੜੀ ਵਾਲਿਆਂ ਕਰਾਤਾ। ਨਿਕਲਿਆ ਕੁਛ ਇਹਦੇ 'ਚ ਸੱਚ, ਝੂਠ, ਗੱਪੀ। ਐਵੇਂ ਨਹੀਂ ਲੋਕ ਸੁੱਖਾ ਗੱਪੀ ਕਹਿੰਦੇ, ਵਲਟੋਹਾ ਗੱਪੀ। ਇਹ ਸਾਰਾ ਕੁਛ ਇਹ ਗੱਪੀ ਕਿਉਂ ਕਹਿੰਦੇ? ਗੱਪੀ ਬਾਦਲ ਦਾਲਾ। ਇਹ ਸਾਰਾ ਕੁਛ ਜਿਹੜਾ ਹੈਗਾ ਦੋਗਲਾਪਣ ਹੈ ਇਹਨਾਂ ਦੇ ਅੰਦਰ। ਸੰਗਤਾਂ ਸੁਚੇਤ ਰਹਿਣ, ਇਹਨਾਂ ਦਾ ਸਾਰਾ ਕੁਝ ਦੋਗਲਾਪਣ, ਜਿਹੜੀ ਕੋਈ ਰਹਿ ਗਈ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਸੰਗਤਾਂ ਨਾਲ ਸਾਂਝੀ ਕਰਾਂਗੇ। ਪਰ ਇਹਨਾਂ ਕੋਲ ਜਵਾਬ ਹੈਗਾ ਇਹਨਾਂ ਗੱਲਾਂ ਦਾ, ਤੇ ਦੇ ਮੈਨੂੰ ਦੱਸੇ ਵੀ ਸਮੇਧ ਸੈਣੀ ਨੇ ਅੰਮ੍ਰਿਤ ਛਕਿਆ ਕਿ ਜਰਹਾਲ ਆਲਮ ਨੇ ਅੰਮ੍ਰਿਤ ਛਕਿਆ, ਜਿਨ੍ਹਾਂ ਨੂੰ ਸਰੋਪੇ ਦਿੰਦੇ ਰਹੇ ਆ। ਜਰਾਬਾਂ ਸਮੇਤ ਐਲਿਜ਼ਾਬੈਥ ਦਰਬਾਰ ਸਾਹਿਬ 'ਚ ਤੁਸੀਂ ਭੇਜਤੀ, ਟੋਪੀ ਸਮੇਤ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਅਫਗਾਨਿਸਤਾਨ ਦਾ ਦਰਬਾਰ ਸਾਹਿਬ 'ਚ ਗਿਆ। ਉਦੋਂ ਤੁਹਾਡੀ ਮਰਿਆਦਾ ਕਿੱਥੇ ਸੀਗੀ? ਦੂਜਿਆਂ ਨੂੰ ਮਰਿਆਦਾ ਸਿਖਾਉਣ ਤੋਂ ਪਹਿਲਾਂ ਆਪ ਗੁਰਬਾਣੀ ਕਹਿੰਦੀ, ਕਬੀਰ ਅਵਰਾ ਕੋ ਉਪਦੇਸ਼ ਦੇ ਮੁਖ ਮੈਂ ਪਰ ਹੈ ਰੇਤ, ਰਾਸ ਬਰਾਨੀ ਰਾਤ ਤੇ ਖਾਇਆ ਘਰ ਕਾ ਖੇਤ। ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਤੁਸੀਂ ਕੇਵਲ ਦੂਜਿਆਂ ਨੂੰ ਭੰਡਣਾ ਜਾਣਦੇ ਹੋ, ਦੋਗਲਾਪਣ ਹੈ ਤੁਹਾਡਾ। ਪਰ ਤੁਹਾਡੇ ਕੋਲ ਇਹਨਾਂ ਗੱਲਾਂ ਦਾ ਜਵਾਬ ਕੋਈ ਨਹੀਂ ਆ। ਸਿੱਖ ਸੰਗਤਾਂ ਨੂੰ ਮੈਂ ਬੇਨਤੀ ਕਰਦਾ, ਸੁਚੇਤ ਹੋਵੋ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।